ਇੱਦਾਂ ਦੀ ਸੋਚ ਮੈਂ ਆਪਣੇ ਮਨ 'ਚ ਨਹੀਂ ਕਦੇ ਵੀ ਰੱਖੀ ਹੈਗੀ ਕਿ ਮੈਂ ਡਰ ਕੇ ਕੰਮ ਕਰਾਂ। ਮੈਂ ਡਰ ਕੇ ਨਹੀਂ ਕੰਮ ਕਰ ਰਹੀ ਹੈਗੀ। ਸਰ ਮੇਰੇ ਤੋਂ ਕੋਈ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਸੀ। ਸਿਰਫ ਮੈਂ ਸਰਪੰਚ ਸਾਹਿਬ ਨੂੰ ਕਹਿ ਕੇ ਚਾਹ ਦੀ ਦੁਕਾਨ ਪਾਈ ਸੀ, ਉਹ ਚਲਾਈ, ਉਹ ਮੇਰੇ ਤੋਂ ਨਹੀਂ ਚੱਲੀ ਹੈਗੀ ਅਤੇ ਮੈਂ ਇਸ ਕਰਕੇ ਉਹ ਬੰਦ ਕਰ ਦਿੱਤੀ। ਮੇਰੇ ਬੱਚਿਆਂ ਦੀ ਬਹੁਤ ਔਖੀ ਹੋ ਗਈ ਸੀ, ਆਮਦਨ ਮਿਲਦੀ ਨਹੀਂ ਸੀ ਕਿਸੇ ਪਾਸਿਓਂ, ਤਾਂ ਮੈਂ ਬਹੁਤ ਜ਼ਿਆਦਾ ਔਖਾ ਟਾਈਮ ਲੰਘਾ ਰਹੀ ਹਾਂ। ਹੁਣ ਤੱਕ ਵੀ ਮੈਂ ਔਖਾ ਟਾਈਮ ਲੰਘਾ ਰਹੀ ਹਾਂ। ਪਹਿਲਾਂ ਸਰਪੰਚ ਸਾਹਿਬ ਨੇ ਹਰੇਕ ਨੂੰ ਪੁੱਛਿਆ ਸੀ, ਪਰ ਕਿਸੇ ਨੇ ਨਹੀਂ ਹਾਮੀ ਭਰੀ ਹੈਗੀ। ਉਹ ਆਪਣੇ ਆਪ ਨੂੰ ਸ਼ਰਮ ਮੰਨ ਗਏ ਵੀ ਅਸੀਂ ਲੇਡੀਜ਼ ਹੋ ਕੇ ਰਿਕਸ਼ਾ ਕਿੱਦਾਂ ਚਲਾਉਣਾ ਆ। ਅਗਰ ਮੈਂ ਆਪਣੇ ਆਪ ਨੂੰ ਨਹੀਂ ਸ਼ਰਮ ਮੰਨੀ ਹੈ ਕਿ ਮੈਨੂੰ ਆਪਣਾ ਇਹ ਆ ਵੀ ਮੈਂ ਲੇਡੀਜ਼ ਨਹੀਂ ਹੈਗੀ, ਮੈਂ ਜੈਂਟਸ ਦੀ ਤਰ੍ਹਾਂ ਕੰਮ ਕਰ। ਸਰ ਮੈਂ ਕੱਲ੍ਹ ਬਡਾਲਾ ਚੌਂਕ ਤੋਂ ਲੰਘਣ ਲੱਗੀ ਸੀ ਤਾਂ ਉਹ ਮੁੰਡੇ ਨੇ ਬਾਈਕ ਮਾਰਤੀ ਜ਼ੋਰ ਨਾਲ। ਇਹ ਆਟੋ ਦੇ ਵਿੱਚ? ਹਾਂਜੀ, ਆਟੋ 'ਚ ਮਾਰਤੀ ਤਾਂ ਮੈਂ ਆਟੋ ਦੇ ਨੀਚੇ ਆ ਗਈ ਸੀ, ਪਰ ਆਟੋ ਨੂੰ ਕੁਛ ਨਹੀਂ ਹੋਇਆ। ਤਾਂ ਅਗਰ ਮੇਰੇ ਸੱਟ ਲੱਗ ਗਈ ਤਾਂ ਇਸ ਰਿਕਸ਼ੇ 'ਤੇ ਮੈਂ ਮਾਣ ਕਰਦੀ ਹਾਂ ਕਿ ਮੈਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪਰਵਰਿਸ਼ ਕਰ ਸਕਦੀ ਹਾਂ। ਸਰ ਮੈਂ ਸਵੇਰੇ 7 ਵਜੇ ਨਿਕਲਦੀ ਹਾਂ ਘਰੋਂ ਅਤੇ ਮੈਂ ਆਪਣੇ ਨਕੋਦਰ ਤੋਂ ਲੈ ਕੇ ਨਕੋਦਰ ਚੌਂਕ ਤੋਂ ਲਾਂਬੜੇ ਤੱਕ ਜਾਂਦੀ। ਮੈਂ ਅੱਗੇ ਤੋਂ ਆਪਣਾ ਘਰ ਸੁਧਰ ਸਕਦਾ, ਮੇਰਾ ਘਰ। ਹਾਂਜੀ, ਮੈਂ ਇਹ ਮਾਨ ਰੱਖਿਆ ਵੀ ਮੇਰਾ ਘਰ ਅੱਗੇ ਨਾਲੋਂ ਸੁਧਰ ਜਾਊਗਾ, ਅੱਗੋਂ ਵਿਗੜੂਗਾ ਨਹੀਂ। ਸਰਕਾਰ ਦਾ ਕੋਈ ਨੁਮਾਇੰਦਾ ਆਇਆ ਹੋਵੇ, ਕਿਸੇ ਨੇ ਕੋਈ ਮਦਦ ਦੀ ਬਾਂਹ ਫੜੀ ਤੁਹਾਡੀ? ਨਹੀਂ ਸਰ ਜੀ, ਮੈਨੂੰ ਕਿਸੇ ਨੇ ਮਦਦ ਨਹੀਂ ਕੀਤੀ ਹੈਗੀ ਅਤੇ ਨਾ ਮੇਰੇ ਕੋਲ ਕੋਈ ਪਹੁੰਚਿਆ ਹੈ। ਹਾਂਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜਗਬਾਣੀ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਰਾਹੁਲ ਕਾਲਾ। ਮੈਂ ਅੱਜ ਜਿਸ ਗੱਡੀ ਦੇ ਵਿੱਚ ਸਫ਼ਰ ਕੀਤਾ, ਇਸ ਨੂੰ ਮਹਿਲਾ ਚਲਾ ਰਹੀ ਹੈ, ਜਲੰਧਰ ਦੇ ਰਹਿਣ ਵਾਲੇ ਨੇ ਔਰ ਰੋਜ਼ਗਾਰ ਨਾ ਹੋਣ ਕਰਕੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਇਹਨਾਂ ਨੂੰ ਇਹ ਇੱਕ ਤੋਹਫਾ ਦਿੱਤਾ ਗਿਆ। ਜੇਕਰ ਦੇਖਿਆ ਜਾਵੇ ਤਾਂ ਆਰਥਿਕ ਪੱਖੋਂ ਜੇਕਰ ਮਦਦ ਕੀਤੀ ਹੋਵੇ ਤਾਂ ਉਹ ਥੋੜ੍ਹੇ ਸਮੇਂ ਲਈ ਰਹਿੰਦੀ ਹੈ, ਯਾਨੀ ਕਿ ਜੇਕਰ ਤੁਸੀਂ ਪੈਸੇ ਦਿੰਦੇ ਹੋ ਕਿਸੇ ਮਦਦ ਜਿਸ ਨੂੰ ਜ਼ਰੂਰਤ ਹੁੰਦੀ ਹੈ ਤਾਂ ਉਹ ਖਰਚੇ ਜਾਂਦੇ ਨੇ, ਪਰ ਕਿਸੇ ਦੀ ਰੋਜ਼ੀ ਰੋਟੀ ਚਲਾਉਣੀ, ਕਿਸੇ ਨੂੰ ਰੋਜ਼ਗਾਰ ਦੇਣਾ, ਇਹ ਸਭ ਤੋਂ ਵੱਡਾ ਜਿਹੜਾ ਦਾਨ ਮੰਨਿਆ ਜਾਂਦਾ। ਤਾਂ ਇਸੇ ਤਹਿਤ ਜਲੰਧਰ ਦੀ ਗੱਲਬਾਤ ਕਰਦੇ ਆ। ਜਲੰਧਰ ਦੇ ਰਹਿਣ ਵਾਲੇ ਔਰ ਜਲੰਧਰ 'ਚ ਆਟੋ ਰਿਕਸ਼ਾ ਚਲਾਉਂਦੇ ਨੇ ਮਹਿਲਾਵਾਂ, ਜਿੱਥੇ ਪੁਰਸ਼ ਚਲਾਉਂਦੇ ਨੇ ਉੱਥੇ ਹੀ ਮਹਿਲਾਵਾਂ ਚਲਾ ਰਹੀਆਂ। ਅਨੋਖੀ ਮਿਸਾਲ ਦੇ ਰਹੇ ਨੇ, ਮਿਸਾਲ ਦੇਣੀ ਵੀ ਬਣਦੀ ਹੈ। ਔਰ ਕੀ ਇਹਨਾਂ ਦੇ ਕਾਰਨ ਬਣੇ ਨੇ, ਜੋ ਘਰੋਂ ਬਾਹਰ ਨਿਕਲੇ ਨੇ, ਜੋ ਇੱਕ ਮਨੁੱਖ ਦੇ ਤੌਰ ਦੇ ਉੱਪਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਜਿੱਥੇ ਪੁਰਸ਼ ਵਰਗ ਸਭ ਤੋਂ ਅੱਗੇ ਹੈ ਤਾਂ ਮਹਿਲਾਵਾਂ ਵੀ ਆਪਣਾ ਯੋਗਦਾਨ ਪਾ ਰਹੀਆਂ ਨੇ। ਮੈਡਮ ਕੀ ਨਾਮ ਹੈ ਜੀ ਤੁਹਾਡਾ? ਹਰਦੀਪ ਕੌਰ। ਅੱਛਾ, ਤੁਸੀਂ ਕਿੰਨਾ ਟਾਈਮ ਹੋਇਆ ਇਹ ਜਿਹੜਾ ਆਟੋ ਰਿਕਸ਼ਾ ਚਲਾ ਰਹੇ ਹੋ? ਮੈਨੂੰ 5 ਦਿਨ ਹੋ ਗਏ ਅੱਜ। ਅੱਛਾ, ਇਹ ਕੀ ਮਤਲਬ ਤੁਹਾਨੂੰ ਲੱਗਿਆ ਵੀ ਇਸ ਆਟੋ ਰਿਕਸ਼ਾ ਨੂੰ ਚਲਾਉਣਾ, ਜਾਂ ਫਿਰ ਘਰ ਦੀਆਂ ਕੀ ਮਜਬੂਰੀਆਂ ਸੀ? ਸਰ ਮੇਰੇ ਹਸਬੈਂਡ ਬਹੁਤ ਬਿਮਾਰ ਸੀ। ਸਭ ਤੋਂ ਪਹਿਲਾਂ ਮੈਂ ਚਾਹ ਦੀ ਦੁਕਾਨ ਪਾਈ ਸੀ, ਉਹ ਮੇਰੀ ਚਾਹ ਦੀ ਦੁਕਾਨ ਨਹੀਂ ਚੱਲੀ ਹੈਗੀ। ਤਾਂ ਆਪਣਾ ਰੋਜ਼ ਸਰਪੰਚ ਸਾਹਿਬ ਵੱਲੋਂ ਪਤਾ ਲੱਗਾ ਵੀ ਰਿਕਸ਼ੇ ਦਾ। ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਨੂੰ ਰਿਕਸ਼ਾ ਲੈ ਦਿਓ। ਸਰਪੰਚ ਸਾਹਿਬ ਨੇ ਮੇਰੇ ਨਾਲ ਘਰ ਆਣ ਕੇ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਰਿਕਸ਼ਾ ਲੈ ਦਿੱਤਾ ਆ। ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਂ ਵੱਧ ਤੋਂ ਵੱਧ ਕਮਾਈ ਕਰ ਸਕਦੀ ਹਾਂ। ਮੈਨੂੰ ਇਸ ਰਿਕਸ਼ੇ 'ਤੇ ਬਹੁਤ ਮਾਣ ਹੈ ਕਿ ਮੈਂ ਆਪਣੇ ਬੱਚੇ ਪਾਲ ਸਕਦੀ ਹਾਂ। ਅੱਛਾ, ਘਰ ਦੇ ਵਿੱਚ ਹੋਰ ਕੌਣ ਹੈ ਤੁਹਾਡੇ? ਮੇਰੇ ਬੱਚੇ ਆ, ਮੇਰੇ ਹਸਬੈਂਡ ਆ। ਅੱਛਾ, ਉਹ ਕੀ ਕਰਦੇ? ਹਸਬੈਂਡ ਕੀ ਕਰਦੇ? ਮੇਰੇ ਹਸਬੈਂਡ ਕੁਝ ਨਹੀਂ ਕਰਦੇ, ਦਿਹਾੜੀ ਦੱਪਾ ਕਰ ਰਹੇ ਆ ਜੀ। ਹਾਂਜੀ। ਲੋਕਡਾਊਨ 'ਚ ਤਾਂ ਉਹ ਵੀ ਬੰਦ ਹੋ ਗਿਆ ਹੁਣ? ਹਾਂਜੀ, ਉਹ ਵੀ ਬੰਦ ਹੋਇਆ, ਵਿਹਲੇ ਬੈਠੇ ਇਸ ਟਾਈਮ। ਅੱਛਾ, ਤੇ ਦੇਖਿਆ ਜਾਵੇ ਤਾਂ ਹੁਣ ਤੁਸੀਂ ਇੱਕ ਮਹਿਲਾ ਦੇ ਤੌਰ ਤੇ ਬਾਹਰ ਜਾਂਦੇ ਹੋ, ਅੱਗੇ ਤੁਹਾਨੂੰ ਪੁਰਸ਼ਾਂ ਦੇ ਨਾਲ ਮੁਕਾਬਲਾ ਹੁੰਦਾ ਹੈ, ਕਿਉਂਕਿ ਹਰ ਸ਼ਹਿਰ ਦੇ ਵਿੱਚ ਤਕਰੀਬਨ ਜ਼ਿਆਦਾਤਰ ਜਿਹੜੇ ਆ ਉਹ ਮਰਦ ਹੀ ਇਸ ਗੱਡੀ ਨੂੰ ਚਲਾਉਂਦੇ ਆ। ਤਾਂ ਫਿਰ ਮਨ ਦੇ ਵਿੱਚ ਕੋਈ ਸ਼ੰਕਾ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦਾ ਪਰਹੇਜ਼ ਆਉਂਦਾ ਹੈ? ਨਹੀਂ ਸਰ, ਮੈਨੂੰ ਕਿਸੇ ਤਰ੍ਹਾਂ ਦਾ ਨਹੀਂ ਕੋਈ ਇੱਦਾਂ ਦਾ ਮਹਿਸੂਸ ਕਰਦੀ। ਮੈਂ ਇਸ ਗੱਲ ਨੂੰ ਨਹੀਂ ਮੰਨਦੀ ਹੈਗੀ। ਹਾਂਜੀ, ਮਤਲਬ ਜਿਵੇਂ ਪੁਰਸ਼ ਹੈ ਉਵੇਂ ਹੀ ਮਹਿਲਾਵਾਂ ਅੱਗੇ ਵੱਧ ਸਕਦੀਆਂ? ਹਾਂਜੀ, ਉਸੇ ਤਰ੍ਹਾਂ ਅਸੀਂ ਅੱਗੇ ਵੱਧ ਸਕਦੇ ਹਾਂ। ਇੱਦਾਂ ਦੀ ਸੋਚ ਮੈਂ ਆਪਣੇ ਮਨ 'ਚ ਨਹੀਂ ਕਦੇ ਵੀ ਰੱਖੀ ਹੈਗੀ ਕਿ ਮੈਂ ਡਰ ਕੇ ਕੰਮ ਕਰਾਂ। ਮੈਂ ਡਰ ਕੇ ਨਹੀਂ ਕੰਮ ਕਰ ਰਹੀ ਹੈਗੀ। ਹਾਂਜੀ। ਬੱਚੇ ਤੁਹਾਡੇ ਸਟੱਡੀ ਕਰਦੇ ਆ? ਹਾਂਜੀ। ਕਿਹੜੀ ਕਲਾਸ 'ਚ? ਗੁੜੀਆ ਮੇਰੀ 10ਵੀਂ 6ਵੀਂ ਕਲਾਸ 'ਚ ਆ, ਛੋਟਾ ਬੱਚਾ LKG 'ਚ, ਉਸ ਤੋਂ ਵੱਡਾ ਬੱਚਾ UKG 'ਚ। ਇਸ ਤੋਂ ਪਹਿਲਾਂ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਹੁੰਦਾ ਸੀ? ਹੁਣ ਤੇ ਚਲੋ ਤੁਹਾਨੂੰ ਰੋਜ਼ਗਾਰ ਇੱਕ ਲਗਾ ਦਿੱਤਾ, ਜਿਸ ਵੀ ਸੰਸਥਾ ਨੇ ਤੁਹਾਨੂੰ ਇਹ ਦਿੱਤਾ ਹੈ। ਇਸ ਤੋਂ ਪਹਿਲਾਂ ਰੋਜ਼ਗਾਰ ਦਾ ਕੀ ਸਾਧਨ ਸੀ? ਸਰ ਮੇਰੇ ਤੋਂ ਕੋਈ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਸੀ। ਸਿਰਫ ਮੈਂ ਸਰਪੰਚ ਸਾਹਿਬ ਨੂੰ ਕਹਿ ਕੇ ਚਾਹ ਦੀ ਦੁਕਾਨ ਪਾਈ ਸੀ, ਉਹ ਚਲਾਈ, ਉਹ ਮੇਰੇ ਤੋਂ ਨਹੀਂ ਚੱਲੀ ਹੈਗੀ
ਤੇ ਮੈਂ ਇਸ ਕਰਕੇ ਉਹ ਬੰਦ ਕਰ ਦਿੱਤੀ। ਮੇਰੇ ਬੱਚਿਆਂ ਦੀ ਬਹੁਤ ਔਖੀ ਹੋ ਗਈ ਸੀ, ਆਮਦਨ ਮਿਲਦੀ ਨਹੀਂ ਸੀ ਕਿਸੇ ਪਾਸਿਓਂ, ਤਾਂ ਮੈਂ ਬਹੁਤ ਜ਼ਿਆਦਾ ਔਖਾ ਟਾਈਮ ਲੰਘਾ ਰਹੀ ਹਾਂ। ਹੁਣ ਤੱਕ ਵੀ ਮੈਂ ਔਖਾ ਟਾਈਮ ਲੰਘਾ ਰਹੀ ਹਾਂ। ਜਦ ਦਾ ਸਰਪੰਚ ਸਾਹਿਬ ਨੇ ਮੈਨੂੰ ਰਿਕਸ਼ਾ ਲਿਖਤਾ, ਇਸ ਰਿਕਸ਼ੇ 'ਤੇ ਮੈਂ ਮਾਣ ਕਰਦੀ ਹਾਂ ਕਿ ਮੈਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪਰਵਰਿਸ਼ ਕਰ ਸਕਦੀ ਹਾਂ। ਅੱਛਾ, ਕੋਈ ਇਸ ਰਿਕਸ਼ਾ ਲੈਣ ਦੇ ਲਈ ਕੋਈ ਪੈਸੇ ਵੀ ਦਿੱਤੇ ਸੀ ਜਾਂ ਕੁਝ, ਜਾਂ ਕਿਵੇਂ ਹੈ? ਸਰ ਮੈਂ ਕੁਛ ਨਹੀਂ ਦਿੱਤਾ ਹੈਗਾ, ਇਹਦਾ ਸਰਪੰਚ ਸਾਹਿਬ ਨੇ ਕਿਹਾ ਆ ਵੀ 100 ਰੁਪਏ ਕਿਸ਼ਤ ਤੁਸੀਂ ਦੇਣੀ ਆ, ਤੇ ਮੈਂ ਕੋਈ ਪੈਸਾ ਨਹੀਂ ਦਿੱਤਾ ਮਹੀਨੇ ਦੀ? ਹਾਂਜੀ ਸਰ। ਅੱਛਾ, ਮਤਲਬ ਆਪਣਾ ਜੋ ਵੀ ਤੁਸੀਂ ਕਮਾਈ ਕਰੋਗੇ ਰੋਜ਼ ਦਾ ਸਰ 100 ਰੁਪਏ ਆ। ਹਾਂ। ਹਾਂਜੀ ਮਤਲਬ ਇੱਕ ਤੁਹਾਨੂੰ ਰੋਜ਼ਗਾਰ ਲਗਾਤਾ ਨਾ, ਜੇ ਤੁਸੀਂ 200 ਜਾਂ 300 ਰੁਪਏ ਵੀ ਕਮਾਉਂਦੇ ਹੋ, ਵਿੱਚੋਂ 100 ਰੁਪਏ ਕੱਢ ਸਕਦੇ ਹੋ। ਹਾਂਜੀ ਸਰ, 100 ਰੁਪਏ ਰੋਜ਼ ਦਾ ਕੱਢਣਾ ਹੀ ਕੱਢਣਾ ਆ। ਹਾਂਜੀ। ਅੱਛਾ, ਤੁਹਾਡਾ ਫਿਰ ਕਿੰਨੇ ਵਜੇ ਤੁਸੀਂ ਜਾਂਦੇ ਹੋ ਔਰ ਕਿਹੜੇ ਕਿਹੜੇ ਰੋਡ ਦੇ ਉੱਪਰ, ਸ਼ਹਿਰ ਦੇ ਅੰਦਰ ਜਾਂ ਬਾਹਰ, ਕਿੱਥੇ ਕਿੱਥੇ ਰਿਕਸ਼ਾ ਚਲਾਉਂਦੇ ਹੋ? ਸਰ ਮੈਂ ਸਵੇਰੇ 7 ਵਜੇ ਨਿਕਲਦੀ ਹਾਂ ਘਰੋਂ, ਤੇ ਮੈਂ ਆਪਣੇ ਨਕੋਦਰ ਤੋਂ ਲੈ ਕੇ ਨਕੋਦਰ ਚੌਂਕ ਤੋਂ ਲਾਂਬੜੇ ਤੱਕ ਜਾਂਦੀ ਹਾਂ। ਹਾਂਜੀ, ਇਸੇ ਰੋਡ ਤੇ ਮੈਂ ਜਾ ਰਹੀ ਹਾਂ, ਹੋਰ ਮੈਂ ਕਿਤੇ ਨਹੀਂ ਜਾ ਰਹੀ। ਠੀਕ। ਤੇ ਫਿਰ ਘਰੋਂ 7 ਵਜੇ ਨਿਕਲਣਾ, ਪਰਿਵਾਰ ਨੂੰ ਰੋਟੀ ਦਾ ਫਿਰ ਉਹ ਕਿਵੇਂ ਹੁੰਦਾ ਐਡਜਸਟ? ਸਰ ਮੈਂ ਸਵੇਰੇ ਸਾਜਰੇ ਉੱਠ ਕੇ 4 ਵਜੇ ਤਾਂ ਮੈਂ ਬੱਚਿਆਂ ਦੀ ਰੋਟੀ ਪਾਣੀ ਬਣਾ ਕੇ ਰੱਖ ਕੇ ਜਾਂਦੀ ਹਾਂ। ਮੈਂ ਬੱਚਿਆਂ ਦਾ ਸਾਰਾ ਆਪਣਾ ਕਰਕੇ ਜਾਂਦੀ ਹਾਂ ਕਿ ਮੇਰੇ ਬੱਚੇ ਬਹੁਤ ਛੋਟੇ ਆ, ਤੇ ਇਸ ਕਰਕੇ ਮੈਂ 7 ਵਜੇ। ਠੀਕ ਹੈ। ਪਰਿਵਾਰ ਦੇ ਵਿੱਚ ਕਿਸੇ ਨੇ ਰੋਕ ਟੋਕ ਤਾਂ ਨਹੀਂ ਕੀਤੀ ਵੀ ਤੁਸੀਂ ਕਿਹੜਾ ਕੰਮ ਫੜ ਰਹੇ ਹੋ, ਕੋਈ ਹੋਰ ਕੰਮ ਕਰ ਲਓ, ਜਿਵੇਂ ਸਿਲਾਈ ਕਢਾਈ ਦਾ ਜਾਂ ਕੋਈ ਹੋਰ, ਜਿਵੇਂ ਆਮ ਟ੍ਰੈਂਡ ਹੁੰਦਾ ਪਿੰਡਾਂ ਦੇ ਵਿੱਚ, ਇਸੇ ਤਰ੍ਹਾਂ ਕੋਈ ਪਰਿਵਾਰ ਨੇ ਤਾਂ ਨਹੀਂ ਤੁਹਾਨੂੰ ਰੋਕਿਆ? ਨਹੀਂ ਸਰ, ਮੈਨੂੰ ਕਿਸੇ ਨੇ ਵੀ ਇਹ ਕੰਮ ਤੋਂ ਨਹੀਂ ਰੋਕਿਆ ਹੈਗਾ। ਮੈਂ ਉਹਨਾਂ ਨੂੰ ਇੱਕੋ ਗੱਲ ਦੱਸੀ ਵੀ ਮੈਂ ਇੱਕ ਮਰਦ ਦਾ ਮੁਕਾਬਲਾ ਕਰ ਰਹੀ ਹਾਂ, ਮੈਨੂੰ ਇਸ ਗੱਲ ਤੋਂ ਨਹੀਂ ਰੋਕਣਾ। ਜੇ ਅਗਰ ਕੋਈ ਬੰਦੇ ਦਾ ਦਿਲ ਕਮਜ਼ੋਰ ਹੋਵੇ ਤਾਂ ਫਿਰ ਬੰਦਾ ਕਰਦਾ ਆ, ਅਗਰ ਮੈਨੂੰ ਕਿਸੇ ਨੇ ਇਸ ਗੱਲ ਤੋਂ ਨਹੀਂ ਰੋਕਿਆ ਹੈਗਾ। ਹਾਂਜੀ। ਤੇ ਹੁਣ ਕੀ ਹੈਗਾ ਲੱਗਦਾ ਵੀ ਅੱਗੇ ਜਿਹੜਾ ਹੈ ਕਿੰਨੀ ਦੇਰ ਕੰਮ ਹੋਰ ਕਰਨਾ, ਜਾਂ ਫਿਰ ਕੀ ਅੱਗੇ ਹਾਲਾਤ ਹੋਣ ਵਾਲੇ ਹੈ, ਅੱਗੇ ਸੁਧਰਨਗੇ ਜਾਂ ਫਿਰ ਕਿਵੇਂ ਤੁਹਾਨੂੰ ਲੱਗਦਾ ਹੈ? ਸਰ ਮੈਨੂੰ ਤਾਂ ਇਹੀ ਲੱਗਦਾ ਮੈਂ ਅੱਗੇ ਤੋਂ ਆਪਣਾ ਘਰ ਸੁਧਰ ਸਕਦਾ, ਮੇਰਾ ਘਰ। ਹਾਂਜੀ, ਮੈਂ ਇਹ ਮਾਨ ਰੱਖਿਆ ਵੀ ਮੇਰਾ ਘਰ ਅੱਗੇ ਨਾਲੋਂ ਸੁਧਰ ਜਾਊਗਾ, ਅੱਗੋਂ ਵਿਗੜੂਗਾ ਨਹੀਂ। ਅੱਛਾ, ਇਸ ਤੋਂ ਪਹਿਲਾਂ ਤੁਹਾਨੂੰ ਕੋਈ ਸਰਕਾਰੀ ਮਦਦ ਮਿਲੀ ਹੋਏ, ਜਾਂ ਫਿਰ ਕੋਈ ਤੁਹਾਡੇ ਤੋਂ ਇੱਥੇ ਲੀਡਰ ਪਹੁੰਚਿਆ ਹੋਏ, ਮੌਜੂਦਾ ਸਰਕਾਰ ਦਾ ਕੋਈ ਅਧਿਕਾਰੀ ਆਇਆ ਹੋਏ, ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਹੋਏ, ਸਰਕਾਰ ਦਾ ਕੋਈ ਨੁਮਾਇੰਦਾ ਆਇਆ ਹੋਏ, ਕਿਸੇ ਨੇ ਕੋਈ ਮਦਦ ਦੀ ਬਾਂਹ ਫੜੀ ਹੈ ਤੁਹਾਡੀ? ਨਹੀਂ ਸਰ ਜੀ, ਮੈਨੂੰ ਕਿਸੇ ਨੇ ਮਦਦ ਨਹੀਂ ਕੀਤੀ ਹੈਗੀ, ਤੇ ਨਾ ਮੇਰੇ ਕੋਲ ਕੋਈ ਪਹੁੰਚਿਆ ਹੈ। ਹਾਂਜੀ। ਤੇ ਹੁਣ ਫਿਰ ਜਿਵੇਂ ਮਦਦ ਹੋਈ ਹੈ, ਬਾਕੀ ਹੋਰ ਤੁਹਾਡੇ ਮਹੱਲੇ ਦੇ ਵੀ ਕੋਈ ਗੱਲਾਂ ਕਰਦਾ ਵੀ ਕਿੱਧਰਲੇ ਲਾਈਨ 'ਚ ਪੈ ਗਏ ਹੋ ਜਾਂ ਕਿਵੇਂ? ਇੱਕ ਮਿੰਟ ਜੀ ਬਿਲਕੁਲ। ਤਾਂ ਇਹ ਜਿਹੜਾ ਹੈ ਤੁਹਾਨੂੰ ਦੱਸਦੇ ਹਾਂ, ਹਾਂਜੀ। ਰਿਕਸ਼ਾ ਜਿਹੜਾ ਹੈ ਈ ਰਿਕਸ਼ਾ ਬੈਟਰੀ ਤੇ ਇਲੈਕਟ੍ਰੀਕਲ ਹੈ ਪੂਰਾ, ਔਰ ਇਸ ਨੂੰ ਮਹਿਲਾ ਚਲਾ ਰਹੇ ਨੇ। ਜਿਵੇਂ ਦੱਸਿਆ ਇਹਨਾਂ ਨੇ ਕਿ ਨਕੋਦਰ ਚੌਂਕ ਤੋਂ ਲਾਂਬੜਾ ਤੱਕ ਦਾ ਸਫ਼ਰ ਕਰਵਾਉਂਦੇ ਨੇ। ਤਾਂ ਅਸੀਂ ਹੋਰ ਗੱਲਬਾਤ ਕਰਦੇ ਹਾਂ, ਵਿੱਚ ਇਹਨਾਂ ਨੂੰ ਕੋਈ ਫੋਨ ਜ਼ਰੂਰੀ ਆਇਆ। ਤਾਂ ਮੈਂ ਪੁੱਛ ਰਿਹਾ ਸੀ ਵੀ ਹੁਣ ਜਿਵੇਂ ਕੋਈ ਤੁਹਾਡਾ ਗੁਆਂਢ ਜਾਂ ਫਿਰ ਕੋਈ ਹੋਰ ਕੋਈ ਇਤਰਾਜ਼ ਤਾਂ ਨਹੀਂ ਜਤਾਉਂਦਾ ਤੁਹਾਡੇ ਤੇ? ਬਹੁਤ ਜ਼ਿਆਦਾ ਇਤਰਾਜ਼ ਆ, ਸਭ ਨੂੰ ਜ਼ਿਆਦਾ ਆ ਵੀ ਸਰਪੰਚ ਸਾਹਿਬ ਨੇ ਇਹਨੂੰ ਕੱਲੀ ਨੂੰ ਲੈ ਕੇ ਦਿੱਤੀ ਆ। ਕਿ ਇਹ ਤਾਂ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਹਰੇਕ ਨੂੰ ਪੁੱਛਿਆ ਸੀ, ਪਰ ਕਿਸੇ ਨੇ ਨਹੀਂ ਹਾਮੀ ਭਰੀ ਹੈਗੀ। ਉਹ ਆਪਣੇ ਆਪ ਨੂੰ ਸ਼ਰਮ ਮੰਨ ਗਏ ਵੀ ਅਸੀਂ ਲੇਡੀਜ਼ ਹੋ ਕੇ ਰਿਕਸ਼ਾ ਕਿੱਦਾਂ ਚਲਾਉਣਾ ਆ। ਅਗਰ ਮੈਂ ਆਪਣੇ ਆਪ ਨੂੰ ਨਹੀਂ ਸ਼ਰਮ ਮੰਨੀ ਹੈ ਕਿ ਮੈਨੂੰ ਆਪਣਾ ਇਹ ਆ ਵੀ ਮੈਂ ਲੇਡੀਜ਼ ਨਹੀਂ ਹੈਗੀ, ਮੈਂ ਜੈਂਟਸ ਦੀ ਤਰ੍ਹਾਂ ਕੰਮ ਕਰ ਰਹੀ ਹਾਂ। ਤੁਹਾਡੇ ਸੱਟ ਵੀ ਲੱਗੀ ਹੈ, ਸੱਟ ਵੱਜੀ ਹੈ, ਕਿਵੇਂ ਹੋਇਆ ਇਹ ਸਰ ਮੈਂ ਕੱਲ੍ਹ ਬਡਾਲਾ ਚੌਂਕ ਤੋਂ ਲੰਘਣ ਲੱਗੀ ਸੀ, ਤਾਂ ਉਹ ਮੁੰਡੇ ਨੇ ਬਾਈਕ ਮਾਰਤੀ ਜ਼ੋਰ ਨਾਲ। ਇਹ ਆਟੋ ਦੇ ਵਿੱਚ? ਹਾਂਜੀ, ਆਟੋ 'ਚ ਮਾਰਤੀ, ਤਾਂ ਮੈਂ ਆਟੋ ਦੇ ਨੀਚੇ ਆ ਗਈ ਸੀ, ਪਰ ਆਟੋ ਨੂੰ ਕੁਝ ਨਹੀਂ ਹੋਇਆ। ਤਾਂ ਅਗਰ ਮੇਰੇ ਸੱਟ ਲੱਗ ਗਈ। ਜ਼ਿਆਦਾ ਹੋਰ ਤਾਂ ਨਹੀਂ ਲੱਗੀਆਂ ਜਾਂ ਇਹੀ ਹੈ ਬਸ? ਮੇਰੇ ਥੋੜੀ ਇਹੀ ਲੱਗੀ ਆ, ਉੱਦਾਂ ਗੁੱਜੀਆਂ ਸੱਟਾਂ ਜ਼ਿਆਦਾ ਲੱਗ ਗਈਆਂ। ਤੇ ਜਿਹੜਾ ਬਜ਼ੁਰਗ ਵਿੱਚ ਬੈਠਾ ਸੀ ਉਹਦਾ ਪੈਰ ਫਟ ਗਿਆ ਸੀ। ਅੱਛਾ, ਜਿਹੜੇ ਤੁਹਾਡੇ ਸਵਾਰੀ ਬੈਠੀ? ਹਾਂਜੀ, ਸਾਡੇ ਸਵਾਰੀ ਬੈਠੀ ਸੀ, ਉਹਦਾ ਪੈਰ ਫਟ ਗਿਆ ਸੀ, ਤੇ ਉਹਨੂੰ ਫਿਰ ਮੈਂ ਹਸਪੀਟਲ ਘੱਲ ਦਿੱਤਾ ਸੀ। ਇੱਕ ਚਲਾਨ ਤੋਂ ਪਹਿਲਾਂ ਇੱਕ ਥੋੜੀ ਜਿਹਨੂੰ ਕਹਿੰਦੇ ਟ੍ਰੇਨਿੰਗ ਜਾਂ ਡਰਾਈਵਿੰਗ ਦਾ ਕੋਈ ਅਭਿਆਸ ਹੋ ਰਿਹਾ ਕਿਤੇ, ਜਾਂ ਫਿਰ ਹੁਣ ਥੋੜਾ ਚਲਾਨ ਲੱਗ ਪਏ ਸਹੀ? ਨਹੀਂ ਸਰ, ਮੈਂ ਕਿਤੇ ਨਹੀਂ ਇਦਾਂ ਹੋਇਆ, ਮੈਨੂੰ 1-2 ਦਿਨ ਲੱਗਾ ਉੱਪਰ, ਪਰ ਨਹੀਂ ਮਤਲਬ ਹੁਣ ਮੈਂ ਬਿਲਕੁਲ ਸਹੀ ਚਲਾ ਰਹੀ ਹਾਂ। ਮਤਲਬ ਹੁਣ ਪੂਰਾ ਪਰਫੈਕਟ ਹੋ ਗਿਆ ਡਰਾਈਵਿੰਗ? ਹਾਂਜੀ ਹਾਂਜੀ, ਪੂਰਾ ਪਰਫੈਕਟ। ਤੇ ਹੁਣ ਜਿਵੇਂ ਤੁਸੀਂ ਦੱਸਿਆ ਵੀ ਕੋਈ ਮੁਹੱਲੇ ਵਾਲੇ ਜਾਂ ਪਿੰਡ ਵਾਲੇ ਇਤਰਾਜ਼ ਜਤਾ ਰਹੇ ਸੀ, ਸਰਪੰਚ ਸਾਹਿਬ ਉਹਨਾਂ ਤੋਂ ਵੀ ਗਏ ਸੀ ਜਾਂ ਉਹਨਾਂ ਤੋਂ ਬਾਅਦ ਫਿਰ ਤੁਹਾਡੇ ਕੋਲ ਆਏ ਹੈ ਨਾ, ਤੁਸੀਂ ਅਸੈਪਟ ਕਰ ਲਿਆ ਵੀ ਮੈਂ ਕਰਾਂਗੀ ਕੰਮ ਇਹ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਤੁਸੀਂ, ਜਿਹੜੇ ਮਹਿਲਾਵਾਂ ਕੋਈ ਹੈ ਉਹਨਾਂ ਨੂੰ ਇੱਕ ਹੁੰਦਾ ਵੀ ਸਾਨੂੰ ਕੋਈ ਚਿਹਰਾ ਮਿਲ ਜਾਵੇ, ਆਈਡਲ ਸਾਡਾ ਹੋ ਜਾਵੇ, ਯਾਨੀ ਕਿ ਅਸੀਂ ਉਹਦੇ ਵੱਲ ਦੇਖ ਕੇ ਹੀ ਅੱਗੇ ਕੰਮ ਕਰੀਏ, ਆਪਾਂ ਵੀ ਘਰੋਂ ਬਾਹਰ ਨਿਕਲੀਏ, ਔਰ ਤੁਸੀਂ ਇੱਕ ਮਿਸਾਲ ਬਣੇ ਹੋ ਹੈ ਨਾ। ਮਿਸਾਲ ਦੇ ਤੌਰ ਦੇ ਉੱਪਰ ਆਪਣੇ ਜਿਹੜੀਆਂ ਤੁਹਾਡੀ ਹਮ ਉਮਰ ਹੈਗੀਆਂ ਜਾਂ ਫਿਰ ਮਹਿਲਾਵਾਂ ਹੈਗੀਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਅਗਰ ਕੋਈ ਮਾਵਾ ਮਤੈਨਾ ਹੈ ਤੇ ਅਗਰ ਡਰੋ ਨਾ, ਤੁਸੀਂ ਆਪਣਾ ਦਿਲ ਖੋਲ ਕੇ ਆਪਣਾ ਕੰਮ ਕਰੋ, 10 ਨੌਹਾਂ ਦੀ ਕਿਰਤ ਕਰੋ।
ਕੋਈ ਇਹ ਨਾ ਕਹੋ ਕਿ ਜੇ ਆਪਣਾ ਹਸਬੈਂਡ ਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ ਤਾਂ ਤੁਸੀਂ ਅੱਗੇ ਤਰੱਕੀ ਕਰ ਸਕਦੇ ਆ। ਜਿਹੜਾ ਆਪਾਂ ਕਿਸੇ ਤੋਂ ਮੰਗਣਾ ਹੈ, ਜੇ ਆਪਾਂ ਹੀ ਕਰ ਲਵਾਂਗੇ ਤਾਂ ਸਭ ਨਾਲੋਂ ਬਿਹਤਰ ਆਪਾਂ ਸਹੀ ਰਵਾਂਗੇ। ਹਾਂਜੀ, ਤਾਂ ਬਿਲਕੁਲ ਬਹੁਤ ਜਿਹੜਾ ਆ ਵਧੀਆ ਵਿਚਾਰ ਨੇ ਔਰ ਵਧੀਆ ਸੋਚ ਹੈ ਔਰ ਜਜ਼ਬਾ ਵੀ ਹੈ ਇੱਕ ਕੰਮ ਕਰਨ ਦਾ, ਕਿਉਂਕਿ ਇਹ ਜਿਹੜਾ ਇਸ ਗ੍ਰਾਮ ਪੰਚਾਇਤ ਹੈ ਜਲੰਧਰ ਦਾ ਇਹ ਪਿੰਡ ਹੈਗਾ, ਬਾਦਸ਼ਾਹਪੁਰ ਹੈ ਪਿੰਡ ਜੀ, ਇਹ ਜਲੰਧਰ, ਹਾਂ ਜਲੰਧਰ ਦਾ ਬਾਦਸ਼ਾਹਪੁਰ ਪਿੰਡ ਹੈ। ਇਹ ਤਕਰੀਬਨ ਜਲੰਧਰ ਸ਼ਹਿਰ ਤੋਂ ਨਕੋਦਰ ਰੋਡ ਤੇ ਵਸਿਆ ਹੋਇਆ ਔਰ ਬਡਾਲਾ ਤੋਂ ਜਿਹੜਾ ਹੈਗਾ ਪਿੰਡ ਉਹ ਤੋਂ ਥੋੜਾ ਜਿਹਾ ਪਿੱਛੇ, ਲਾਂਬੜਾ ਤੋਂ ਥੋੜਾ ਜਿਹਾ ਪਿੱਛੇ ਹੈ। ਤਾਂ ਹੁਣ ਜਿਵੇਂ ਇਹਨਾਂ ਨੇ ਦੱਸਿਆ ਇੱਕ ਮਿਸਾਲ ਬਣੇ ਨੇ ਉਹਨਾਂ ਮਹਿਲਾਵਾਂ ਲਈ ਜੋ ਸੋਚ ਰਹੀ ਹੈ ਕਿ ਅਸੀਂ ਵੀ ਕੁਝ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਇੱਕ ਆਈਡੀਅਲ ਹੋਣਾ ਜ਼ਰੂਰੀ ਹੈ। ਤਾਂ ਛੋਟੇ ਜਿਹੇ ਘਰੋਂ ਬਾਹਰ ਨਿਕਲੇ ਨੇ, ਇੱਕ ਰੋਜ਼ਗਾਰ ਦਾ ਸਾਧਨ ਇਹਨੂੰ ਮਿਲਿਆ, ਕਿਸ਼ਤਾਂ ਵੀ ਤਾਰ ਰਹੇ ਨੇ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰ ਰਹੇ ਨੇ ਔਰ ਭਵਿੱਖ ਚੰਗਾ ਬਣਾਉਣ ਦੇ ਲਈ ਮਿਹਨਤ ਕਰ ਰਹੇ ਨੇ। ਕੈਮਰਾ ਪਰਸਨ ਮੋਨੂ ਦੇ ਨਾਲ ਰਾਹੁਲ ਕਾਲਾ, ਜਗਬਾਣੀ ਟੀਵੀ ਜਲੰਧਰ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।